3 ਲੱਖ ਦਾ ਦੁੱਧ ਬਣਨਾ, ਉਹਨਾਂ ਨੇ ਮੈਨੂੰ 2 ਲੱਖ ਦੇ ਦੇਣਾ। 2 ਲੱਖ ਦੇ ਕੇ ਮੇਰੀ ਗੱਡੀ ਚਲਾਈ ਜਾਣੀ ਤੇ ਮੈਨੂੰ ਮੇਰੀ ਬੈਲੈਂਸ ਇਕੱਠਾ ਕਰੀ ਜਾਣਾ। ਮੇਰਾ ਬੈਲੈਂਸ ਉਹ ਹੌਲੀ ਹੌਲੀ ਇਕੱਠਾ ਇੰਨਾ ਕਰੀ ਗਏ ਕਿ ਉਹ ਬੈਲੈਂਸ ਇਕੱਠਾ ਹੋ ਕੇ 17 ਲੱਖ ਦੀ ਅਮਾਊਂਟ ਹੋ ਗਈ। ਤੇ ਉਹ ਮੈਨੂੰ ਮੇਰੇ ਤੋਂ ਦੁੱਧ ਜਦੋਂ ਲੈਂਦੇ ਸੀ ਤੇ ਉਦੋਂ ਮੈਨੂੰ ਕਦੀ ਵੀ ਇਹਨਾਂ ਨੇ ਕੋਈ ਕੰਪਲੇਂਟ ਨਹੀਂ ਕਰਨੀ, ਬਸ ਦੁੱਧ ਮੰਗਣਾ, ਭਾਜੀ ਦੁੱਧ ਦੇ ਜਾਓ, ਦੁੱਧ ਦੇ ਜਾਓ, ਦੁੱਧ ਇੰਨਾ ਦੇ ਜਾਓ। ਕਹਿੰਦੇ ਤੁਹਾਡੀ ਸਰਦਾਰੀ ਜਿਹੜੀ ਹੈ ਤੁਹਾਨੂੰ ਜਿਹੜੀ ਕੁਛ ਇਹ ਸਿਖਾਉਂਦੀ ਹੈ ਵੀ ਤੁਸੀਂ ਦੁੱਧਾਂ 'ਚ ਮਿਲਾਵਟਾਂ ਕਰੋ, ਤੁਸੀਂ ਦੁੱਧਾਂ 'ਚ ਇਹ ਕਹਿੰਦੇ ਭਾਜੀ ਮੈਂ ਕਿਹੜੀ ਦੁੱਧ 'ਚ ਮਿਲਾਵਟ ਕੀਤੀ ਹੈ। ਮੈਨੂੰ ਕਹਿੰਦਾ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ? ਮੈਂ ਕਿਹਾ ਜੀ ਧਰਮ ਨੂੰ ਮੈਂ ਜਿਹੜੇ ਨੂੰ ਵੀ ਮਰਜ਼ੀ ਮੰਨਦਾ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਧਰਮ ਦੀ ਗੱਲ ਕੀਤੀ ਨਹੀਂ, ਧਰਮ ਦੀ ਉਹਨੇ ਗੱਲ ਕੀਤੀ ਵੀ ਤੁਹਾਡੇ ਧਰਮ 'ਚ ਇਹ ਦੱਸਿਆ ਜਾਂਦਾ ਹੈ। ਕਹਿੰਦਾ ਉਹਨਾਂ ਨੇ ਮੈਨੂੰ ਜ਼ਬਰਦਸਤੀ ਮੇਰੇ ਸਾਈਨ ਕਰਾਉਣੇ ਚਾਹੇ, ਵੀ ਕਹਿੰਦੇ ਤੁਸੀਂ ਸਾਈਨ ਕਰ ਦਿਓ, ਨਹੀਂ ਤਾਂ ਤੁਹਾਨੂੰ ਕੋਈ ਪੈਸਾ ਨਹੀਂ ਮਿਲਣਾ ਹੈ, ਅਸੀਂ ਤੁਹਾਡੇ ਤੇ ਕਹਿੰਦੇ ਪਰਚਾ ਪਾ ਦੇਣਾ ਹੈਗਾ। ਮੇਰੇ ਦੁੱਧ ਨੂੰ ਉਹ ਗਲਤ ਕਰਨ ਲੱਗ ਪਏ। ਫਿਰ ਅੱਗੋਂ ਸਾਨੂੰ ਉਹਨਾਂ ਨੇ ਉੱਥੇ 2 ਪੁਲਿਸ ਵਾਲੇ ਬਿਠਾਏ ਹੋਏ ਸੀਗੇ ਬਕਾਇਦਾ। ਉਹ ਪੁਲਿਸ ਵਾਲੇ ਕਹਿੰਦੇ ਵੀ ਤੁਹਾਡੀ ਪੇਮੈਂਟ ਤੁਹਾਨੂੰ ਭੈਣ ਜੀ ਕੱਟ ਕੇ ਮਿਲੇਗੀ। ਅੱਗੋਂ ਪੁਲਿਸ ਵਾਲੇ ਵੀ ਸਾਨੂੰ ਸਗੋਂ ਕਹਿਣ ਲੱਗ ਗਏ। ਮੈਂ ਕਿਹਾ ਵੀਰ ਜੀ ਸਾਨੂੰ ਸਾਡੀ ਗਲਤੀ ਤਾਂ ਦੱਸੋ ਜੇ ਕੁਛ ਹੈ। ਕਹਿੰਦੇ ਇੰਨੀ ਪੇਮੈਂਟ ਅਸੀਂ ਨਹੀਂ ਦੇਣੀ ਤੁਹਾਨੂੰ। ਪੇਮੈਂਟ ਉਹਨਾਂ ਨਾਲ ਇੰਨੀ ਇਕੱਠੀ ਹੋ ਗਈ ਕਿ ਮੇਰੇ ਆਪਣੇ ਘਰ ਚਲਾਉਣ ਕੀ ਲੋਕਾਂ ਨੂੰ ਦੇਣ ਵਾਲੇ ਮੇਰੇ ਪੇਮੈਂਟ ਔਖਾ ਹੋ ਰਿਹਾ ਸੀ। ਅਸੀਂ ਸੀਪੀ ਸਾਹਿਬ ਤੱਕ ਏਸੀਪੀ ਸਾਹਿਬ ਨੂੰ ਵੀ ਕਿਹਾ ਵੀ ਤੁਹਾਡੇ ਪੁਲਿਸ ਵਾਲੇ ਵੀ ਨਾਲ ਬੈਠੇ ਹੋਏ ਸੀ। ਧੱਕੇ ਦੇ ਨਾਲ ਸਮਝੌਤਾ ਕਰਵਾ ਲਿਆ, ਧੱਕੇ ਨਾਲ ਸਾਡਾ ਸਮਝੌਤਾ ਕਰਵਾ ਲਿਆ ਜਾਂ ਕੁਛ ਮੈਂ ਸਗੋਂ ਕਿਹਾ ਮੈਂ ਕਿ ਮੇਰੇ ਬੱਚਿਆਂ ਦੇ ਮੂੰਹ 'ਚੋਂ ਤੁਸੀਂ ਰੋਟੀ ਖੋ ਰਹੇ ਹੋ ਜਾਂ ਕੋਈ। ਕਹਿੰਦੇ ਭੈਣ ਜੀ ਇਸ ਤਾਂ ਜੋ ਮਰਜ਼ੀ ਕਰ ਸਕਦੇ ਹਾਂ। ਉਹ ਵੀਰ ਜੀ ਇੰਨੇ ਹੰਕਾਰੇ ਪਏ ਨੇ ਨਾ ਬਹੁਤ ਜ਼ਿਆਦਾ, ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਗਾ ਜੇ ਕੁਛ। ਉਹਨਾਂ ਦੀ ਵਰਸ਼ਾ ਜਿਹੜੀ ਮੰਮਾ ਹੈ ਪਾਸਟਰ ਜੀ ਦੀ, ਉਹ ਕਹਿੰਦੀ ਜੇ ਅਸੀਂ ਕਮਿਸ਼ਨਰ ਨੂੰ ਕਵਾਂਗੇ ਨਾ ਵੀ ਸਾਡੇ ਆਣ ਕੇ ਚਰਚ 'ਚ ਭਾਂਡੇ ਮਾਂਜ ਕੇ, ਉਹ ਭਾਂਡੇ ਵੀ ਮਾਂਜ ਕੇ ਜਾਏਗਾ। ਮੈਂ ਉਹਨਾਂ ਨੂੰ ਸ਼ਿਕਾਇਤ ਕੀ ਦੱਸਦਾ ਜੀ, ਜੋ ਸਾਰੇ ਪਾਸੇ ਤਾਂ ਇਹੀ ਦੇਖਿਆ ਜਾ ਰਿਹਾ ਵੋਟ ਬੈਂਕ ਅਫਸਰਸ਼ਾਹੀ ਇਹਨਾਂ ਦੇ ਹੱਥ 'ਚ ਆ, ਵੋਟ ਬੈਂਕ ਇਹਨਾਂ ਦੇ ਹੱਥ 'ਚ ਆ। ਤੇ ਮੈਂ ਕੀ ਕਰਦਾ, ਇੱਥੇ ਪੰਜਾਬ ਵਿੱਚ ਸਾਡੇ ਵੋਟ ਬੈਂਕ ਦੇਖਿਆ ਜਾਂਦਾ ਆ। ਇਹ ਵੋਟ ਬੈਂਕ ਆ, ਇਹ ਵੋਟ ਬੈਂਕ ਹੈ ਜੀ। ਆਮ ਆਦਮੀ ਪਾਰਟੀ ਹੋ ਜਾਏ, ਚਾਹੇ ਕਾਂਗਰਸ ਪਾਰਟੀ ਹੋ ਜਾਏ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋ ਜਾਏ, ਇਹ ਉਹਨਾਂ ਦਾ ਵੋਟ ਬੈਂਕ ਹੈ। ਉਹ ਵੋਟ ਬੈਂਕ ਕਰਕੇ ਕੋਈ ਪਾਰਟੀ ਕੀ, ਕੋਈ ਐਮਐਲਏ ਕੀ, ਕੋਈ ਮੁੱਖ ਮੰਤਰੀ ਮੈਂ ਤੱਕ ਕਹਿ ਦੂੰਗਾ ਵੀ ਇਹਨਾਂ ਨੂੰ ਹੱਥ ਨਹੀਂ ਪਾ ਰਿਹਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ TF ਨਿਊਜ਼। ਮੈਂ ਤੁਹਾਡਾ ਤਰਨਦੀਪ ਸਿੰਘ। ਇੱਕ ਮਸਲਾ ਸਾਡੇ ਕੋਲ ਆਇਆ ਹੈ ਜਿੱਥੇ ਇੱਕ ਨਰੂਲਾ ਚਰਚ ਦੇ ਪ੍ਰਧਾਨ ਤੇ ਉੱਥੇ ਦੇ ਜਿਹੜੇ ਪਾਸਟਰ ਨੇ, ਇੱਕ ਸਿੰਘ ਸਰਦਾਰ ਦੇ ਜੋ ਉਹਨਾਂ ਦੀ ਡੈਰੀ ਹੈ, ਉਹਨਾਂ ਦੇ ਤਕਰੀਬਨ 17 ਲੱਖ ਰੁਪਇਆ ਸੀ ਜੋ ਉਹਨਾਂ ਦੀ ਰਕਮ ਬਣਦੀ ਸੀ, ਉਹ ਦਿੱਤੀ ਨਹੀਂ। ਜਿਸ ਤੋਂ ਬਾਅਦ ਇੱਕ ਨੋਟਿਸ ਦਿੱਤਾ ਜੋ ਅੱਧੀ ਰਕਮ ਦੇ ਦਿੱਤੀ ਗਈ ਅਤੇ ਅੱਧੀ ਰਕਮ ਨਹੀਂ ਦਿੱਤੀ। ਕੀ ਇਹ ਮਸਲਾ ਆਪਾਂ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ ਜੀ। ਹਾਂਜੀ, ਸਵਾਗਤ ਹੈ ਜੀ। ਮੇਰਾ ਨਾਮ ਹਰਵਿੰਦਰ ਸਿੰਘ ਹੈ। ਮੇਰੀ ਡੈਰੀ ਹੈ ਦੁੱਧ ਦੀ ਜੀ। ਮੈਂ ਦੁੱਧ ਦਾ ਕੰਮ ਕਰਦਾ ਹਾਂ, ਖਾਂਬਰੇ ਅੱਡੇ 'ਤੇ ਹੈ, ਨਕੋਦਰ ਰੋਡ ਜਲੰਧਰ 'ਚ। ਅਤੇ ਮੈਂ ਅੰਕੁਰ ਨਰੂਲਾ ਚਰਚ ਜੋ ਖਾਂਬਰੇ ਹੈ, ਉਹਨਾਂ ਨੂੰ ਮੈਂ ਦੁੱਧ ਸਪਲਾਈ ਕਰਦਾ ਹੁੰਦਾ ਸੀ 4-5 ਸਾਲ ਤੋਂ। 4-5 ਸਾਲ ਤੋਂ ਮੈਂ ਉਹਨਾਂ ਨੂੰ ਦੁੱਧ ਸਪਲਾਈ ਕਰਨ ਤੋਂ ਬਾਅਦ ਉਹਨਾਂ ਨੂੰ ਮੈਂ ਦਿਨ ਰਾਤ ਇਹ ਦੁੱਧ ਦੀ ਅਰੇਂਜਮੈਂਟ ਕਰਕੇ ਪੂਰੀ ਦਿੰਦਾ ਸੀ। ਜਦੋਂ ਮੰਗਦੇ ਸੀ, ਦਿਨ ਨੂੰ ਵੀ ਮੰਗਣਾ, ਰਾਤ ਨੂੰ ਮੰਗਣਾ, ਮੈਂ ਉਹਨਾਂ ਨੂੰ ਦੁੱਧ ਦਿੰਦਾ ਸੀ। ਕਈ ਵਾਰੀ ਉਹ ਸਵੇਰੇ 6 ਵਜੇ ਮੰਗਦੇ ਸੀ, ਬਾਹਰ ਚਾਹ ਦੇ ਲੰਗਰ ਤੱਕ ਲਗਾਉਂਦੇ ਸੀ, ਦੁੱਧ ਦੇ ਲਗਾਉਂਦੇ ਸੀ, ਮੈਂ ਉਹਨਾਂ ਨੂੰ ਦੁੱਧ ਦਿੰਦਾ ਸੀ। ਅਤੇ ਉਹ ਮੇਰੇ ਤੋਂ ਦੁੱਧ ਜਦੋਂ ਲੈਂਦੇ ਸੀ ਤੇ ਉਦੋਂ ਮੈਨੂੰ ਕਦੀ ਵੀ ਇਹਨਾਂ ਨੇ ਕੋਈ ਕੰਪਲੇਂਟ ਨਹੀਂ ਕਰਨੀ, ਬਸ ਦੁੱਧ ਮੰਗਣਾ, ਭਾਜੀ ਦੁੱਧ ਦੇ ਜਾਓ, ਦੁੱਧ ਦੇ ਜਾਓ, ਦੁੱਧ ਇੰਨਾ ਦੇ ਜਾਓ। ਮੈਂ ਉਹਨਾਂ ਨੂੰ ਦੁੱਧ ਦੇ ਕੇ ਜਾਣਾ। ਉਹਨਾਂ ਨੇ ਜਦੋਂ ਮੈਨੂੰ ਕਹਿਣਾ ਤੇ ਮੈਂ ਉਹਨਾਂ ਨੂੰ ਹੌਲੀ ਹੌਲੀ 4-5 ਸਾਲ ਤੋਂ ਜਦੋਂ ਉਹਨਾਂ ਨੇ ਮੇਰੀ ਪੇਮੈਂਟ ਜ਼ਿਆਦਾ ਇਕੱਠੀ ਹੋ ਗਈ, ਪੇਮੈਂਟ ਉਹਨਾਂ ਨਾਲ ਇੰਨੀ ਇਕੱਠੀ ਹੋ ਗਈ ਕਿ ਮੇਰੇ ਆਪਣੇ ਘਰ ਚਲਾਉਣ ਕੀ ਲੋਕਾਂ ਨੂੰ ਦੇਣ ਵਾਲੇ ਮੇਰੇ ਪੇਮੈਂਟ ਔਖਾ ਹੋ ਰਿਹਾ ਸੀ। ਮੈਂ ਉਹਨਾਂ ਨੂੰ ਕਹਿਣਾ ਮੇਰੀ ਪੇਮੈਂਟ ਦੇ ਦਿਓ, ਪੇਮੈਂਟ ਦੇ ਦਿਓ। ਪੇਮੈਂਟ ਉਹ ਮੈਨੂੰ ਦੇ ਨਹੀਂ ਰਹੇ ਸੀ। ਜਦੋਂ ਮੇਰਾ 3 ਲੱਖ ਦਾ ਦੁੱਧ ਬਣਨਾ, ਉਹਨਾਂ ਨੇ ਮੈਨੂੰ 2 ਲੱਖ ਦੇ ਦੇਣਾ। 2 ਲੱਖ ਦੇ ਕੇ ਮੇਰੀ ਗੱਡੀ ਚਲਾਈ ਜਾਣੀ ਤੇ ਮੈਨੂੰ ਮੇਰੀ ਬੈਲੈਂਸ ਇਕੱਠਾ ਕਰੀ ਜਾਣਾ। ਮੇਰਾ ਬੈਲੈਂਸ ਉਹ ਹੌਲੀ ਹੌਲੀ ਇਕੱਠਾ ਇੰਨਾ ਕਰੀ ਗਏ ਕਿ ਉਹ ਬੈਲੈਂਸ ਇਕੱਠਾ ਹੋ ਕੇ 17 ਲੱਖ ਦੀ ਅਮਾਊਂਟ ਹੋ ਗਈ। ਲੋਕੀ ਇਸ ਟਾਈਮ ਮੈਨੂੰ ਕਈ ਵਾਰੀ ਕਹਿ ਦਿੰਦੇ ਆ ਫੇਕ ਬੰਦਾ ਬੋਲ ਰਿਹਾ ਆ। ਮੈਂ ਮੇਰੀ ਡੈਰੀ 'ਤੇ ਆਓ, ਮੇਰੀ ਡੈਰੀ 'ਤੇ ਆਓ, ਇਹਨਾਂ ਦੇ ਬਿੱਲ ਦੇਖੋ, ਇਹਨਾਂ ਨੂੰ ਜੋ ਦੁੱਧ ਜਾਂਦਾ ਹੁੰਦਾ ਸੀ ਉਹ ਦੇਖੋ। ਇਹ ਦੁੱਧ ਮੇਰੀ ਦੁਕਾਨ ਤੋਂ ਲੈ ਕੇ ਜਾਂਦੇ ਸੀ, ਚੈੱਕ ਵੀ ਕਰਦੇ ਸੀ, ਮੇਰੀ ਦੁਕਾਨ ਤੇ ਮਸ਼ੀਨ ਲੱਗੀ ਹੈ, ਚੈੱਕ ਹੁੰਦੀ ਹੈ। ਚਰਚ ਵਿੱਚ ਵੀ ਮਸ਼ੀਨ ਲੱਗੀ ਹੋਈ ਹੈ ਦੁੱਧ ਚੈੱਕ ਕਰਨ ਵਾਲੇ, ਉਹ ਉੱਥੇ ਵੀ ਦੁੱਧ ਚੈੱਕ ਹੁੰਦਾ ਸੀ। ਉਹਨਾਂ ਨੇ ਉਦੋਂ ਮੈਨੂੰ ਕੁਝ ਵੀ ਨਹੀਂ ਕਹਿੰਦੇ ਸੀ। ਇਹਨਾਂ ਦੇ ਜੋ ਵੀ ਮੈਨੇਜਰ ਟੀਮ ਹੈ, ਜੋ ਵੀ ਮੈਨੂੰ ਕੁਝ ਨਹੀਂ ਕਹਿੰਦੇ ਸੀ, ਬਸ ਦੁੱਧ ਭਾਜੀ ਦੇ ਜਾਓ ਤੁਸੀਂ। 4-5 ਲੱਖ ਦਾ ਮੈਂ ਕਹਿਣਾ ਮੇਰਾ ਉਧਾਰ ਹੋ ਗਿਆ, ਦੇ ਜਾਓ ਭਾਜੀ, ਤੁਹਾਡੇ ਨਾਲ ਚੱਲਦਾ ਹੀ ਰਹਿੰਦਾ, ਇਹਨਾਂ ਦਾ ਕੋਈ ਗੱਲ ਨਹੀਂ। ਇਹਨਾਂ ਦਾ ਜਿਹੜਾ ਐਡਿਕਸ਼ਨ ਹੈ, ਫਿਰ ਇਹਨਾਂ ਨੇ ਮੈਨੂੰ ਤੰਗ ਕੀਤਾ, ਮੇਰੀ ਪੇਮੈਂਟ ਨਹੀਂ ਦਿੱਤੀ। ਇਹਨਾਂ ਦੇ ਜਿਹੜੇ ਬੰਦੇ ਆ ਮੁੜ ਕੇ ਮੈਨੂੰ ਦਸੰਬਰ ਜਨਵਰੀ ਵਿੱਚ ਇਹਨਾਂ ਦੇ ਲਾਸਟ ਮੇਰਾ ਦਸੰਬਰ ਜਨਵਰੀ ਵਿੱਚ ਦੁੱਧ ਗਿਆ।
ਦਸੰਬਰ ਦੇ ਵਿੱਚ ਇਹਨਾਂ ਨੇ ਮੇਰਾ 5-7 ਲੱਖ ਦਾ ਦੁੱਧ ਗਿਆ, ਪਨੀਰ ਵੀ ਗਿਆ, ਦਹੀਂ ਵੀ ਗਿਆ ਤੇ ਹੋਰ ਆਈਟਮ ਵੀ ਗਈਆਂ। ਦੁੱਧ ਬਹੁਤ ਜ਼ਿਆਦਾ ਗਿਆ। ਇਹਨਾਂ ਨੇ ਜਨਵਰੀ ਵਿੱਚ ਵੀ ਬਹੁਤ ਦੁੱਧ ਲਿਆ। ਜਨਵਰੀ ਲੈਣ ਤੋਂ ਬਾਅਦ ਮੇਰੀ ਪੇਮੈਂਟ ਬਹੁਤ ਜ਼ਿਆਦਾ ਇਕੱਠੀ ਹੋ ਗਈ। ਇਹਨਾਂ ਨੇ ਮੈਨੂੰ ਆਪਣੇ ਪ੍ਰਧਾਨ ਨਾਲ ਮਿਲਾਉਣਾ ਸ਼ੁਰੂ ਕਰ ਦਿੱਤਾ। ਪ੍ਰਧਾਨ ਦਾ ਨਾਮ ਕੀ ਹੈ ਜੀ? ਪ੍ਰਧਾਨ ਇਹਨਾਂ ਦੇ ਨਾਮ ਹੈਗਾ ਜੀ ਜਤਿੰਦਰ ਮਸੀਹ, ਉਹਨੂੰ ਗੌਰਵ ਵੀ ਕਹਿੰਦੇ ਆ। ਉਹ ਇਸ ਟਾਈਮ ਆਪਣੇ ਆਪ ਨੂੰ ਬੜਾ ਵੱਡਾ ਸਮਝਦਾ ਆ। ਮੈਂ ਕਹਿੰਦਾ ਇੰਨਾ ਜ਼ਿਆਦਾ ਵੱਡਾ ਸਮਝਦਾ ਆ ਕਿ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਹੈਗਾ। ਪਰਮਾਤਮਾ ਤੋਂ ਵੱਡਾ ਕੋਈ ਵੀ ਨਹੀਂ ਹੈਗਾ। ਮੈਨੂੰ ਉਹਨਾਂ ਨੇ ਬੁਲਾ ਲਿਆ ਆਪ, ਇਹ 20-25 ਜਣੇ ਬੈਠ ਗਏ। ਇਹਨਾਂ ਦਾ ਜਿਹੜਾ ਪ੍ਰਧਾਨ ਉਹ ਵੀ ਬੈਠ ਗਿਆ ਉੱਥੇ। ਮੈਨੂੰ ਜਾਂਦੇ ਨੂੰ ਕਹਿੰਦਾ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਆ? ਕਦੋਂ ਦੀ ਗੱਲ ਹੈ ਜੀ? ਇਹ ਜੀ ਇਹਨਾਂ ਦੀ 2 ਫਰਵਰੀ ਦੀ ਗੱਲ ਹੈ ਜੀ, ਇਸੇ ਸਾਲ 2 ਫਰਵਰੀ ਦੀ ਗੱਲ ਹੈ, 2-3 ਫਰਵਰੀ ਦੀ ਗੱਲ ਹੈ। ਤੇ ਮੈਂ ਇਹਨਾਂ ਪ੍ਰਧਾਨ ਕੋਲ ਰਿਕੁਐਸਟ ਵੀ ਕੀਤੀ। ਮੈਨੂੰ ਕਹਿੰਦਾ ਤੁਸੀਂ ਕਿਹੜੇ ਧਰਮ ਨੂੰ ਮੰਨਦੇ? ਮੈਂ ਕਿਹਾ ਜੀ ਧਰਮ ਨੂੰ ਮੈਂ ਜਿਹੜੇ ਨੂੰ ਵੀ ਮਰਜ਼ੀ ਮੰਨਦਾ, ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਧਰਮ ਦੀ ਗੱਲ ਕੀਤੀ ਉਹਨਾਂ ਨੇ? ਨਹੀਂ, ਧਰਮ ਦੀ ਉਹਨੇ ਗੱਲ ਕੀਤੀ ਵੀ ਤੁਹਾਡੇ ਧਰਮ 'ਚ ਇਹ ਦੱਸਿਆ ਜਾਂਦਾ ਹੈ। ਕਹਿੰਦਾ ਤੁਹਾਡੇ ਧਰਮ 'ਚ ਇਹ ਦੱਸਿਆ। ਮੈਂ ਕਿਹਾ ਧਰਮ ਦੀ ਗੱਲ ਨਾ ਲਿਆਓ, ਮੈਂ ਤੁਹਾਡੇ ਨਾਲ ਬਿਜ਼ਨਸ ਡੀਲ ਕਰ ਰਿਹਾ ਸੀ। ਬਿਲਕੁਲ ਬਿਜ਼ਨਸ ਡੀਲ ਕਰ ਰਿਹਾ ਸੀ। ਤੁਸੀਂ ਮੇਰੀ ਚੀਜ਼ ਲੈ ਰਹੇ ਸੀ, ਮੇਰੇ ਪੈਸੇ ਬਣ ਰਹੇ ਸੀ। ਤੁਸੀਂ ਮੇਰੇ ਪੈਸੇ ਦੇ ਦਿਓ। ਮੇਰੇ ਪੈਸੇ 17 ਲੱਖ ਹੋਏ ਆ। ਉਹਨਾਂ ਨੇ ਮੈਨੂੰ ਜ਼ਬਰਦਸਤੀ ਮੇਰੇ ਸਾਈਨ ਕਰਾਉਣੇ ਚਾਹੇ, ਵੀ ਕਹਿੰਦੇ ਤੁਸੀਂ ਸਾਈਨ ਕਰ ਦਿਓ, ਨਹੀਂ ਤਾਂ ਤੁਹਾਨੂੰ ਕੋਈ ਪੈਸਾ ਨਹੀਂ ਮਿਲਣਾ ਹੈਗਾ। ਅਸੀਂ ਤੁਹਾਡੇ ਤੇ ਕਹਿੰਦੇ ਪਰਚਾ ਪਾ ਦੇਣਾ ਹੈਗਾ। ਮੇਰੇ ਦੁੱਧ ਨੂੰ ਉਹ ਗਲਤ ਕਰਨ ਲੱਗ ਪਏ। ਕਦੋਂ ਦੀ ਗੱਲ ਹੈ ਇਹ? ਵੀ ਜਨਵਰੀ ਦੀ ਗੱਲ? ਇਹ ਫਰਵਰੀ ਦੀ ਗੱਲ ਦੀ ਹੈ। ਜਦੋਂ ਮੈਂ ਪੇਮੈਂਟ ਇਹਨਾਂ ਤੋਂ ਆਪਣੀ ਮੰਗਣੀ ਸ਼ੁਰੂ ਕਰ ਦਿੱਤੀ, ਇਹਨਾਂ ਨੇ ਮੇਰੇ ਦੁੱਧ ਨੂੰ ਕੰਪਲੇਂਟ ਸ਼ੁਰੂ ਕਰ ਦਿੱਤੀ ਕਰਨੀ ਜਾਣ ਕੇ। ਜਦੋਂ ਦੁੱਧ ਜਾ ਰਿਹਾ ਸੀ ਉਦੋਂ ਮੈਨੂੰ ਕੁਝ ਵੀ ਨਹੀਂ ਇਹ ਕਹਿੰਦੇ ਸੀ। ਪਹਿਲਾਂ ਕੋਈ ਨਹੀਂ ਕਿਹਾ ਵੀ ਦੁੱਧ 'ਚ ਕੋਈ ਖਰਾਬੀ ਹੈ ਜਾਂ ਦੁੱਧ ਦੀ ਕੋਈ ਸ਼ਿਕਾਇਤ ਵਗੈਰਾ? ਪਹਿਲਾਂ ਕੋਈ ਹੈ ਜੇ ਇੱਕ ਵਾਰ ਕਿਸੇ ਕਹਿ ਵੀ ਦਿੱਤਾ ਹੋਵੇ ਖਰਾਬ, ਤਾਂ ਚਲੋ ਦੁੱਧ ਆ ਕਿਸੇ ਵੇਲੇ ਖਰਾਬ ਆਪਣੇ ਘਰੇ ਲੈਂਦੇ ਆ, ਆਪਣੇ ਘਰੇ ਵੀ ਖਰਾਬ ਹੁੰਦਾ ਆ। ਤੇ ਪਰ ਇਹਨਾਂ ਨੇ ਮੈਨੂੰ ਉੱਥੇ ਧਮਕੀਆਂ ਦਿੱਤੀਆਂ। ਜੰਤੀ ਕਦੋਂ ਬੁਲਾ ਕੇ? ਉੱਥੇ ਹੀ ਬੁਲਾ ਕੇ। ਇਹ ਆਪ ਵੀ 25 ਲੋਕ ਬੈਠੇ ਹੋਏ ਸੀ। ਕੌਣ ਕੌਣ ਸੀ ਤੁਹਾਡੇ ਨਾਲ? ਮੈਂ ਤੇ ਮੇਰੀ ਵਾਈਫ ਸੀ। ਤੁਹਾਨੂੰ ਦੋਨਾਂ ਨੂੰ ਧਮਕਾਇਆ ਤੇ ਉੱਥੇ ਜਾ ਕੇ ਡਰਾਇਆ ਵੀ? ਹਾਂਜੀ, ਡਰਾਇਆ ਵੀ ਤੇ ਧਮਕਾਇਆ ਵੀ। ਜੇ ਸਾਈਨ ਕਰਦੇ ਆ ਠੀਕ ਹੈ, ਨਹੀਂ ਕਰਦੇ ਤਾਂ ਕਹਿੰਦੇ ਦੌੜ ਜਾਓ। ਅੱਛਾ, ਤੁਹਾਨੂੰ ਕੁਝ ਵੀ ਨਹੀਂ ਮਿਲਿਆ? ਹਾਂ, ਕੁਝ ਵੀ ਨਹੀਂ ਮਿਲੇਗਾ। ਮੈਨੂੰ ਫਿਰ ਪ੍ਰਸ਼ਾਸਨ ਕੋਲ ਵੀ ਜਾਣਾ ਪਿਆ, ਮੀਡੀਆ ਕੋਲ ਵੀ ਜਾਣਾ ਪਿਆ। ਤੁਸੀਂ ਕਿਤੇ ਕਿਸੇ ਜਾਂ ਜਲੰਧਰ ਦੇ ਜਿਹੜੇ ਡੀਸੀ ਆ, ਜਲੰਧਰ ਸ਼ਹਿਰ ਦੇ ਜਿਹੜੇ ਐਸਐਸਪੀ ਨੇ, ਉਹਨਾਂ ਨਾਲ ਤੁਸੀਂ ਰਾਬਤਾ ਕਿਉਂ ਨਹੀਂ ਕੀਤਾ? ਉਹਨਾਂ ਨੂੰ ਸ਼ਿਕਾਇਤ ਦਾਇਰ ਕੀਤੀ? ਮੈਂ ਸੀਪੀ ਸਾਹਿਬ ਤੱਕ ਵੀ ਗਿਆ, ਏਸੀਪੀ ਸਾਹਿਬ ਤੱਕ ਵੀ ਗਿਆ। ਉਹਨਾਂ ਨੂੰ ਮੈਂ ਕਿਹਾ ਜੀ ਮੈਨੂੰ ਡਰਾ ਕੇ ਮੇਰੇ ਸਾਈਨ ਕਰਵਾਏ ਇਹਨਾਂ ਨੇ। ਮੇਰੀ ਤੁਸੀਂ ਦੱਸੋ 17 ਲੱਖ ਦਾ ਜੇ ਮੈਂ ਇਹਨਾਂ ਨੂੰ ਦੁੱਧ ਦਿੱਤਾ ਆ ਤੇ ਦੱਸੋ ਮੈਂ ਇਹਨਾਂ ਨੇ ਮੇਰਾ 7.5 ਲੱਖ ਰੁਪਏ ਕੱਟ ਲਿਆ। ਮੈਂ ਇੰਨਾ ਕਮਾਉਣ ਦਾ ਹੱਕਦਾਰ ਹੈਗਾ ਆ? ਤੁਸੀਂ ਆਪਣੇ ਇਨਸਾਫ ਦੇ ਤੌਰ ਤੇ ਦੇਖੋ। ਉਹ ਕਹਿੰਦੇ ਜੀ ਤੁਸੀਂ ਸਾਈਨ ਕਰ ਦਿੱਤੇ ਆ, ਅਸੀਂ ਉਹਨਾਂ ਦਾ ਕੁਝ ਨਹੀਂ ਕਰ ਸਕਦੇ ਹੈਗੇ। ਅੱਛਾ, ਤੁਸੀਂ ਸਾਈਨ ਕੀਤੇ? ਤੁਹਾਤੋਂ ਧੱਕੇ ਨਾਲ ਸਾਈਨ? ਬਿਲਕੁਲ ਧੱਕੇ ਨਾਲ ਇਹਨਾਂ ਨੇ ਸਾਈਨ ਕਰਵਾਏ ਆ ਜੀ। ਤੇ ਮੇਰੇ ਵਾਈਫ ਦੇ ਇਹਨਾਂ ਨੇ ਸਾਈਨ ਧੱਕੇ ਨਾਲ ਕਰਵਾਏ ਆ। ਤੁਹਾਡੀ ਵਾਈਫ ਦੇ ਵੀ? ਵਾਈਫ ਨੂੰ ਮੇਰੀ ਨੂੰ ਵੀ ਡਰਾਇਆ। ਉਹਨਾਂ ਨੇ ਕਹਿੰਦੇ ਵੀ ਤੇਰੇ ਹਸਬੰਡ ਨੂੰ ਅਸੀਂ ਅੰਦਰ ਕਰ ਦੇਣਾ ਆ। ਤੇ ਅਸੀਂ ਡਰ ਗਏ ਸੀ। ਸਾਈਨ ਜਿੱਦਾਂ ਕਿ ਬਿਨਾਂ ਧੱਕੇ ਤੋਂ ਜਿਨਾ ਜਾਂ ਬਿਨਾਂ ਕੀਤੀ ਫੋਰਸ ਗੱਲ ਤੋਂ ਤੁਹਾਡੇ ਸਾਈਨ ਕਿੱਦਾਂ ਕਰਵਾ ਲਏ ਤੁਹਾਡੀ ਵਾਈਫ ਤੇ ਤੁਹਾਡੇ? ਤੁਸੀਂ ਵਾਈਫ ਨੂੰ ਇਹਨਾਂ ਨੇ ਡਰਾਇਆ। ਮੇਰੀ ਵਾਈਫ ਡਰ ਗਈ। ਉਹਨੇ ਮੈਨੂੰ ਕਹਿਤਾ ਵੀ ਚਲੋ ਤੁਸੀਂ ਕਰ ਦਿਓ। ਉੱਥੇ ਘੱਟੋ ਘੱਟ 20-25 ਬੰਦੇ? 20-25 ਇਹਨਾਂ ਦੇ ਬੰਦੇ ਬੈਠੇ ਸੀ। ਪੁਲਿਸ ਵਾਲਾ ਵੀ ਨਾਲ ਇਹਨਾਂ ਨੇ ਬਿਠਾਏ ਹੋਏ ਸੀ। ਅਸੀਂ ਸੀਪੀ ਸਾਹਿਬ ਤੱਕ, ਏਸੀਪੀ ਸਾਹਿਬ ਨੂੰ ਵੀ ਕਿਹਾ ਵੀ ਤੁਹਾਡੇ ਪੁਲਿਸ ਵਾਲੇ ਵੀ ਨਾਲ ਬੈਠੇ ਹੋਏ ਸੀ। ਧੱਕੇ ਦੇ ਨਾਲ ਸਮਝੌਤਾ ਕਰਵਾ ਲਿਆ? ਧੱਕੇ ਨਾਲ ਸਾਡਾ ਸਮਝੌਤਾ ਕਰਵਾ ਲਿਆ। ਅਸੀਂ ਇਹਨਾਂ ਨੂੰ ਬਹੁਤ ਵਾਰੀ ਕਿਹਾ ਵੀ ਸਮਝੌਤਾ ਤੁਹਾਡਾ, ਤੁਸੀਂ ਬਹੁਤ ਜ਼ਿਆਦਾ ਗਲਤ ਕੀਤਾ ਸਾਡੇ ਨਾਲ। ਸਾਡੀ ਇੰਨੀ ਪੇਮੈਂਟ ਤੁਸੀਂ ਕੱਟ ਲਈ। ਦਿਨ ਰਾਤ ਤੁਹਾਨੂੰ ਦੁੱਧ ਦਾ ਪ੍ਰਬੰਧ ਕਰਕੇ ਦਿੱਤਾ ਆ। ਤੁਹਾਨੂੰ ਕਿੰਨੇ ਪੈਸੇ ਦਿੱਤੇ ਉਸ ਵਕਤ? ਮੈਨੂੰ ਇਹਨਾਂ ਨੇ ਜੀ ਮੇਰਾ 17 ਲੱਖ ਕੁਛ ਰੁਪਏ ਬਣਦੇ ਸੀ। 17 ਲੱਖ 20-30 ਹਜ਼ਾਰ ਰੁਪਇਆ ਬਣਦਾ ਸੀ। ਇਹਨਾਂ ਨੇ ਮੈਨੂੰ ਕੱਟ ਕੇ ਜੀ ਕਹਿੰਦੇ ਤੁਹਾਨੂੰ 9,60,000 ਰੁਪਇਆ ਮਿਲਣਾ ਆ। ਲੈਣੇ ਆ ਠੀਕ ਹੈ, ਨਹੀਂ ਲੈਣੇ ਤੇ ਕਹਿੰਦੇ ਜੀ ਅਸੀਂ ਕੋਈ ਪੈਸਾ ਨਹੀਂ ਦੇਣਾ ਹੈਗਾ, ਜੋ ਕਰਨਾ ਕਰ ਲਓ। ਇਹਨਾਂ ਦੇ ਮਦਰ ਕੋਲ ਵੀ ਗਿਆ, ਅੰਕੁਰ ਨਰੂਲਾ ਜੀ ਦੀ ਮਦਰ ਕੋਲ ਵੀ ਗਿਆ। ਮੈਂ ਰਿਕੁਐਸਟ ਵੀ ਕੀਤੀ। ਮੈਂ ਕਿਹਾ ਜੀ ਤੁਸੀਂ ਮੇਰੇ ਨਾਲ ਬਹੁਤ ਕੀਤੇ ਤੇ ਕਹਿੰਦੇ ਤੁਸੀਂ ਸਾਈਨ ਕਰ ਦਿੱਤੇ ਆ, ਤੁਸੀਂ ਮੰਨ ਗਏ ਆ, ਹੁਣ ਤੁਸੀਂ ਸਾਡਾ ਕਹਿੰਦੀ ਕੁਝ ਵੀ ਨਹੀਂ ਵਿਗਾੜ ਸਕਦੇ। ਕਿਤੇ ਨਾ ਕਿਤੇ ਤੁਹਾਡੀ ਵੀ ਸਰ ਗਲਤੀ, ਜੇ ਤੁਸੀਂ ਸਾਈਨ ਨਾ ਕਰਦੇ ਤਾਂ ਤੁਸੀਂ ਪ੍ਰਸ਼ਾਸਨ ਤੇ ਜਾਂ FIR ਦਰਜ ਕਰਵਾ ਸਕਦੇ। ਮੈਂ FIR ਦਰਜ ਕਰਵਾਈ ਆ। ਉਹਦੇ ਵਿੱਚ ਵੀ ਮੈਨੂੰ ਦੱਸਿਆ ਆ ਕਿ ਇਹਨਾਂ ਨੇ ਮੈਨੂੰ ਧੱਕੇ ਨਾਲ ਮੇਰੇ ਸਾਈਨ ਕਰਵਾਏ ਆ। ਆ ਦੇਖੋ ਜੀ, ਮੈਂ SSP ਸਾਹਿਬ ਦੇ ਲੈਟਰਾਂ ਦਿੱਤੀਆਂ ਆ, DIG ਦੇ ਦਿੱਤੀਆਂ ਆ, CP ਸਾਹਿਬ ਦੇ ਦਿੱਤੀਆਂ ਆ, ਪਰ ਮੇਰੀ ਕਿਤੇ ਵੀ ਸੁਣਵਾਈ। ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੋਵੇ ਇਹਨਾਂ ਤਰਫ? ਉਹ ਕਹਿੰਦੇ ਜੀ ਅਸੀਂ ਇਹਨਾਂ ਦਾ ਨਹੀਂ ਕੁਝ ਵੀ ਕਰ ਸਕਦੇ ਹੈਗੇ। ਜਾਂਦੀ ਪ੍ਰਸ਼ਾਸਨ ਤਰਫੋਂ ਪ੍ਰਸ਼ਾਸਨ ਤੋਂ ਸਾਨੂੰ ਕੋਰੀ ਨਾ ਕਰ ਦਿੱਤੀ ਗਈ। ਦੱਸੋ ਉਹ ਸਾਨੂੰ ਕਹਿੰਦੇ ਜੀ ਤੁਸੀਂ ਕੋਰਟ ਚੱਲ ਜਾਓ, ਆ ਚੱਲ ਜਾਓ। ਦੱਸੋ ਮੈਂ ਗਰੀਬ ਬੰਦਾ ਆ, ਮੈਂ ਦੁੱਧ ਇਹਨਾਂ ਨੂੰ ਪਹਿਲਾਂ ਪ੍ਰਬੰਧ ਕਰਕੇ ਦਿੱਤਾ, ਉਧਰੋਂ ਘਾਟਾ ਖਾਦਾ, ਹੁਣ ਮੈਂ ਇਹਨਾਂ ਨੂੰ ਵੀ ਪੈਸੇ ਦੇਵਾਂ? ਜੇ ਤੁਸੀਂ ਉੱਥੇ ਸਾਈਨ ਨਾ ਕਰਦੇ ਤਾਂ ਤੁਸੀਂ ਕਿਤੇ ਨਾ ਕਿਤੇ ਪ੍ਰਸ਼ਾਸਨ ਤਰਫੋਂ ਕੋਰਟ ਦਾ ਰਾਹ ਅਪਣਾ ਸਕਦੇ ਸੀ।
ਮੈਂ ਕਿਹਾ ਜੀ ਅਪਣਾ ਸਕਦੇ ਸੀ, ਜੇ ਸਾਈਨ ਨਾ ਕੀਤੇ ਹੁੰਦੇ ਮੈਂ ਕੋਰਟ ਦਾ ਰਾਹ ਕਿ ਮੇਰੇ ਨਾਲ ਸਾਰੇ ਬੰਦੇ ਵੀ ਖੜੇ ਹੋ ਜਾਣੇ ਸੀ। ਇਹਨਾਂ ਨੇ ਮੈਨੂੰ ਸਾਈਨ ਕਰਾ ਕੇ ਮੇਰੇ ਹੱਥ ਵੱਢ ਲਏ। ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗ ਹੈ? ਪ੍ਰਸ਼ਾਸਨ ਤੋਂ ਮੰਗ ਹੈ, ਜੇ ਤਾਂ ਮੇਰੀ ਕੋਈ ਹੈਲਪ ਕਰ ਸਕਦੇ ਆ ਤਾਂ ਕਰੋ, ਕਿਉਂਕਿ ਇਹ ਜੋ ਇਦਾਂ ਦੀਆਂ ਧੱਕੇਸ਼ਾਹੀਆਂ ਕਰਕੇ ਇਹ ਹੋਰ ਵੀ ਕਿਸੇ ਦੀ ਮਿਹਨਤ ਰੱਖ ਸਕਦੇ ਆ। ਇਹ ਮੇਰੀ ਮਿਹਨਤ ਆ, ਮੈਂ ਮਿਹਨਤ ਇਹਨਾਂ ਨੂੰ ਕੀਤੀ ਹੈ, ਇਹਨਾਂ ਨੂੰ ਦੁੱਧ ਦਿੱਤਾ ਆ, ਜੋ ਵੀ ਇਹਨਾਂ ਨਾਲ ਦੁੱਧ ਆ ਦੁੱਧ ਚੈੱਕ ਕਰਕੇ ਮੇਰਾ ਲੈਂਦੇ ਸੀ। ਤੁਸੀਂ ਇੱਥੇ ਦੇ ਐਮਐਲਏ ਜਾਂ ਜਿਹੜੀ ਇਸ ਵਕਤ ਦੀ ਸਰਕਾਰ ਆ ਉਹਨਾਂ ਦੇ ਨੁਮਾਇੰਦਿਆਂ ਦੇ ਨਾਲ ਮੁਲਾਕਾਤ ਨਹੀਂ ਕੀਤੀ, ਆਪਣਾ ਜਿਹੜਾ ਇਹ ਸ਼ਿਕਾਇਤ ਉਹਨਾਂ ਨੂੰ ਦੱਸੀ? ਮੈਂ ਉਹਨਾਂ ਨੂੰ ਸ਼ਿਕਾਇਤ ਕੀ ਦੱਸਦਾ ਜੀ, ਜਦ ਸਾਰੇ ਪਾਸੇ ਤੇ ਇਹੀ ਦੇਖਿਆ ਜਾ ਰਿਹਾ, ਵੋਟ ਬੈਂਕ ਅਫਸਰਸ਼ਾਹੀ ਇਹਨਾਂ ਦੇ ਹੱਥ 'ਚ ਆ, ਵੋਟ ਬੈਂਕ ਇਹਨਾਂ ਦੇ ਹੱਥ 'ਚ ਆ, ਤੇ ਮੈਂ ਕੀ ਕਰਦਾ ਦੱਸੋ? ਮੈਂ ਇਹਨਾਂ ਦਾ ਕੀ ਵਿਗਾੜਾਂਗਾ? ਕਿ ਹੁਣ ਤੁਹਾਡੀ ਜੇ ਇੱਥੇ ਪੰਜਾਬ ਵਿੱਚ ਸਾਡੇ ਵੋਟ ਬੈਂਕ ਦੇਖਿਆ ਜਾਂਦਾ ਆ, ਇਹ ਵੋਟ ਬੈਂਕ ਆ, ਇਹ ਵੋਟ ਬੈਂਕ ਹੈ ਜੀ। ਆਮ ਆਦਮੀ ਪਾਰਟੀ ਹੋ ਜਾਏ, ਚਾਹੇ ਕਾਂਗਰਸ ਪਾਰਟੀ ਹੋ ਜਾਏ, ਚਾਹੇ ਸ਼੍ਰੋਮਣੀ ਅਕਾਲੀ ਦਲ ਹੋ ਜਾਣ, ਇਹ ਉਹਨਾਂ ਦਾ ਵੋਟ ਬੈਂਕ ਹੈ। ਉਹ ਵੋਟ ਬੈਂਕ ਕਰਕੇ ਕੋਈ ਪਾਰਟੀ ਕੀ, ਕੋਈ ਐਮਐਲਏ ਕੀ, ਕੋਈ ਮੁੱਖ ਮੰਤਰੀ ਮੈਂ ਤਾਂ ਕਹਿ ਦੂੰਗਾ ਵੀ ਇਹਨਾਂ ਨੂੰ ਹੱਥ ਨਹੀਂ ਪਾ ਰਿਹਾ ਸਕਦਾ। ਇਹ ਸਾਡੇ ਵਰਗੇ ਬੰਦਿਆਂ ਨਾਲ ਧੱਕੇਸ਼ਾਹੀ ਹੁੰਦੀ ਹੈ। ਸਾਡੇ ਵਰਗੇ ਗਰੀਬ ਇੱਥੇ ਪਿੱਛੇ ਜਾਣਗੇ ਇਦਾਂ ਦੀਆਂ ਧੱਕੇਸ਼ਾਹੀਆਂ ਨਾਲ। ਤੇ ਸਰਦਾਰ ਸਾਹਿਬ ਜੀ, ਫਿਰ ਤੁਸੀਂ ਹੁਣ ਇਦਾਂ ਦੀ ਅੱਗੇ ਦੀ ਕਾਰਵਾਈ ਕੀ ਕਰੋਗੇ? ਕਿਉਂਕਿ ਪ੍ਰਸ਼ਾਸਨ ਤਰਫੋਂ ਤੁਹਾਨੂੰ ਕੋਰੀ ਨਾ ਕਰ ਦਿੱਤੀ ਗਈ ਹੈ, ਹੁਣ ਤੁਸੀਂ ਮੰਗ ਕੀ ਕਰਦੇ ਹੋ? ਜੇ ਤੁਸੀਂ ਗੱਲ ਕੀਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਦੀ, ਉਹਨਾਂ ਤੱਕ ਵੀ ਆਪਣਾ ਮੈਸੇਜ ਜਾਂ ਆਪਣੀ ਸ਼ਿਕਾਇਤ ਦੱਸਣੀ ਚਾਹੁੰਦੇ ਹੋ? ਵੀ ਜੀ ਮੈਂ ਸ਼ਿਕਾਇਤ ਆਪਣੇ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਆ ਕਿ ਇਦਾਂ ਧੱਕੇਸ਼ਾਹੀਆਂ, ਇਦਾਂ ਧਰਮ ਦੇ ਆੜ ਵਿੱਚ ਇਹ ਧੱਕੇਸ਼ਾਹੀਆਂ ਕਰ ਰਹੇ ਆ, ਸਾਡੇ ਨਾਲ ਧੱਕੇਸ਼ਾਹੀਆਂ ਹੋ ਰਹੀਆਂ ਆ, ਅਸੀਂ ਪਿੱਛੇ ਜਾ ਰਹੇ ਆ, ਮਿਹਨਤ ਦਿਨ ਰਾਤ ਕਰ ਰਹੇ ਆ, ਇਦਾਂ ਪਿੱਛੇ ਜਾ ਰਹੇ ਆ ਅਸੀਂ ਕਿ ਇਹਨਾਂ ਵਰਗੇ ਸਾਡੇ ਕੋਲ ਸਾਰਾ ਸਮਾਨ ਮੰਗਦੇ ਰਹੇ ਆ, ਸਾਨੂੰ ਇਦਾਂ ਇਹਨਾਂ ਨੇ ਪੀਸ ਕੇ ਰੱਖ ਦਿੱਤਾ। ਆਪ ਇਹ ਗੱਡੀਆਂ 'ਚ ਘੁੰਮਦੇ ਆ, ਅਸੀਂ ਗੱਡੀ ਤੋਂ ਬਗੈਰ ਆ, ਮੋਟਰਸਾਈਕਲ ਆ। ਜੇ ਮੇਰੀ ਡਾਇਰੀ ਤੇ ਕੁਝ ਕਹਿੰਦੇ ਆ ਨਾ, ਕੰਪਲੇਂਟ ਆ, ਮੇਰੀ ਡਾਇਰੀ ਤੇ ਆ ਕੇ ਤੁਸੀਂ ਡਾਇਰੀ ਦਾ ਦੇਖ ਲਿਓ, ਜੋ ਵੀ ਹੈ ਮੈਂ ਡਾਇਰੀ ਆਪਣੇ ਬਕਾਇਦਾ ਆਪਣੇ ਰੂਲ ਦੇ ਮੁਤਾਬਿਕ ਜੋ ਡਾਇਰੀ ਚਲਾਉਣਾ ਹੈਗਾ। ਹਰਵਿੰਦਰ ਸਿੰਘ ਕੋਹਲੀ ਜੀ ਦੀ ਵਾਈਫ ਦਾ ਇਸ ਮਸਲੇ ਬਾਰੇ ਕੀ ਕਹਿਣਾ ਹੈ? ਕਿਉਂਕਿ ਉਸ ਦਿਨ ਜਿਸ ਦਿਨ ਇਹਨਾਂ ਨੂੰ ਸੱਦਿਆ ਗਿਆ ਸੀ, ਤਕਰੀਬਨ 40 ਤੋਂ 50 ਬੰਦੇ ਸੀ, ਜਿੱਥੇ ਇਹਨਾਂ ਦੋਨਾਂ ਨੂੰ ਹਸਬੈਂਡ ਵਾਈਫ ਨੂੰ ਸੱਦਿਆ ਸੀ। ਆਪਾਂ ਭੈਣ ਜੀ ਨਾਲ ਗੱਲ ਕਰਦੇ ਹਾਂ। ਭੈਣ ਜੀ, ਉਸ ਦਿਨ ਕੀ ਹੋਇਆ ਸੀ? ਵੀਰ ਜੀ ਸਤਿ ਸ਼੍ਰੀ ਅਕਾਲ। ਵੀਰ ਜੀ, ਸਾਨੂੰ ਉਦੋਂ ਉਹਨਾਂ ਨੇ ਬੁਲਾਇਆ ਵੀ ਤੁਸੀਂ ਆਣ ਕੇ ਨਾ ਆਪਣੀ ਪੇਮੈਂਟ ਲੈ ਜਾਓ। ਅਸੀਂ ਇਹ ਮੈਨੂੰ ਕਹਿੰਦੇ ਮੈਂ ਰਣਜੀਤ ਮੈਂ ਚੱਲਾਂ ਵੀ ਮੈਂ ਪੇਮੈਂਟ, ਮੈਂ ਕਿਹਾ ਰੁਕੋ ਚਲੋ ਮੈਂ ਵੀ ਆਨੀ ਆ। ਫਿਰ ਮੈਂ ਵੀ ਇਹਨਾਂ ਦੇ ਨਾਲ ਗਈ। ਉੱਥੇ ਅਸੀਂ ਜਦੋਂ ਅੰਦਰ ਪਹੁੰਚੇ, ਉਹਨਾਂ ਦੇ ਪ੍ਰਧਾਨ ਵੀ, ਇਹਨਾਂ ਦੀ ਪਾਸਟਰ ਜੀ ਦੀ ਮੰਮਾ ਵਰਸ਼ਾ ਵੀ, ਹੋਰ ਕਈ ਜਾਣੇ ਨਾ ਅੰਦਰ ਕਮਰੇ 'ਚ ਬੈਠੇ ਹੋਏ ਸੀਗੇ। ਜੇ ਕੁਛ ਹੈ, ਅਸੀਂ ਜਾ ਕੇ ਕਿਹਾ ਹਾਂਜੀ ਦੱਸੋ ਜੀ, ਜੇ ਕੁਛ ਹੈ ਸਾਡੀ ਪੇਮੈਂਟ ਵਗੈਰਾ ਕੁਛ। ਸਾਨੂੰ ਅੱਗੋਂ ਗੌਰਵ ਪ੍ਰਧਾਨ ਕਹਿੰਦਾ ਆਓ ਬੈਠੋ। ਅਸੀਂ ਆਰਾਮ ਨਾਲ ਬੈਠ ਗਏ ਜਾਂ ਕੁਛ ਆ ਉਹਨੇ, ਪਰ ਫਿਰ ਵੀ ਸਾਡੀ ਨਾ ਪੂਰੀ ਗੱਲ ਕਹਿੰਦਾ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ? ਜਾਂ ਦੀ ਧਰਮ ਦੀ ਗੱਲ ਹੋਈ? ਹਾਂਜੀ, ਸਾਨੂੰ ਕਹਿੰਦਾ ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ? ਜੇ ਇਹ ਫਿਰ ਮੇਰੇ ਹਸਬੈਂਡ ਕਹਿਣ ਲੱਗੇ ਵੀ ਭਾਜੀ ਮੈਂ ਤਾਂ ਸਾਰੇ ਧਰਮਾਂ ਨੂੰ ਮੰਨਦਾ ਜਾਂ ਕੁਛ ਆ, ਜੇ ਤੁਹਾਨੂੰ ਪਤਾ ਹੀ ਹੈ ਵੀ ਮੈਂ ਕਿਹੜੇ ਧਰਮ ਨੂੰ ਮੰਨਦਾ ਜਾਂ ਕੁਛ ਆ, ਵੀ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਕਹਿੰਦੇ ਮੈਂ ਸਰਦਾਰ ਹਾਂ। ਉਹਨੇ ਸਾਨੂੰ ਅੱਗੋਂ ਦੀ ਇਹ ਕਿਹਾ, ਕਹਿੰਦੇ ਤੁਹਾਡੀ ਸਰਦਾਰੀ ਜਿਹੜੀ ਹੈ ਤੁਹਾਨੂੰ ਜਿਹੜੀ ਕੁਛ ਇਹ ਸਿਖਾਉਂਦੀ ਹੈ ਵੀ ਤੁਸੀਂ ਦੁੱਧਾਂ 'ਚ ਮਿਲਾਵਟਾਂ ਕਰੋ, ਤੁਸੀਂ ਦੁੱਧਾਂ 'ਚ ਇਹ ਕਹਿੰਦੇ ਭਾਜੀ ਮੈਂ ਕਿਹੜੀ ਦੁੱਧ 'ਚ ਮਿਲਾਵਟ ਕੀਤੀ ਹੈ ਜਾਂ ਕੁਛ ਹੈ? ਕਹਿੰਦਾ ਲੈ ਤੁਹਾਡਾ ਤੁਸੀਂ ਦੁੱਧ 'ਚ ਮਿਲਾਵਟ ਕੀਤੀ ਹੈ। ਮੈਂ ਕਿਹਾ ਫਿਰ ਮੈਂ ਅੱਗੋਂ ਮੈਂ ਬੋਲੀ, ਮੈਂ ਕਿਹਾ ਵੀਰ ਜੀ 6 ਸਾਲ ਤੁਸੀਂ ਵੀਰ ਜੀ ਸਾਡੇ ਕੋਲੋਂ ਦੁੱਧ ਲਿਆ ਹੈ। ਮੈਂ ਕਿਹਾ ਇੱਥੇ ਤੁਸੀਂ ਮਤਲਬ ਉਸ ਟਾਈਮ ਹੈ ਵੀ ਨਹੀਂ ਸੀਗੇ ਜਦੋਂ ਸਾਡਾ ਇੱਥੇ ਦੁੱਧ ਆਉਣਾ ਸ਼ੁਰੂ ਹੋਇਆ ਸੀਗਾ। ਜੇ ਉਹਨਾਂ ਨੇ ਉਦੋਂ ਸਾਨੂੰ, ਮੈਂ ਕਿਹਾ ਉਦੋਂ ਤਾਂ ਕਦੇ ਨਹੀਂ ਅੱਜ ਤੱਕ, ਮੈਂ ਕਿਹਾ ਉਦੋਂ ਤਾਂ ਸਾਡੇ ਚੀਜ਼ ਦੀ ਤਾਰੀਫ ਕਰਦੇ ਸੀਗੇ ਵੀ ਤੁਹਾਡਾ ਪਨੀਰ ਵਰਗਾ ਪਨੀਰ ਨਹੀਂ, ਤੁਹਾਡੇ ਦੁੱਧ ਵਰਗਾ ਦੁੱਧ ਨਹੀਂਗਾ ਜਾਂ ਕੁਛ ਹੈ। ਮੈਂ ਕਿਹਾ ਅੱਜ ਤੁਸੀਂ ਸਾਨੂੰ ਜਦੋਂ ਸਾਡੀ ਪੇਮੈਂਟ ਇਕੱਠੀ ਹੋ ਗਈ ਹੈ ਉਦੋਂ ਤੁਸੀਂ ਸਾਨੂੰ ਆਣ ਕੇ ਹੁਣ ਕਹਿ ਰਹੇ ਹੋ ਜੀ ਤੁਹਾਡੇ ਦੁੱਧ 'ਚ ਮਿਲਾਵਟ ਹੈ ਵੀ ਤੁਹਾਡਾ ਦੁੱਧ ਐਵੇਂ ਹੈ, ਤੁਹਾਡਾ ਪਨੀਰ ਐਵੇਂ ਹੈ। ਕਹਿੰਦਾ ਭੈਣ ਜੀ ਅਸੀਂ ਤਾਂ ਜੋ ਮਰਜ਼ੀ ਕਹਿ ਸਕਦੇ ਹਾਂ। ਮੈਂ ਕਿਹਾ ਵੀਰ ਜੀ ਇਸ ਤਰ੍ਹਾਂ ਥੋੜੀ ਹੁੰਦਾ ਹੈ, ਜਦੋਂ ਸਾਡੀ ਪੇਮੈਂਟ ਇਕੱਠੀ ਹੋ ਰਹੀ ਉਦੋਂ ਤੁਸੀਂ ਇਸ ਤਰ੍ਹਾਂ ਸਾਡੇ ਨਾਲ ਕਰ ਰਹੇ ਹੋ। ਕਹਿੰਦਾ ਤੁਸੀਂ ਪੇਮੈਂਟ ਲੈਣੀ ਹੈ ਕਿ ਨਹੀਂ ਲੈਣੀ? ਮੈਂ ਕਿਹਾ ਵੀਰ ਜੀ ਅਸੀਂ ਪੇਮੈਂਟ ਲੈਣ ਵਾਸਤੇ ਹੀ ਆਏ ਹਾਂ। ਪਰ ਕਹਿੰਦਾ ਨਹੀਂ ਇਸ ਤਰ੍ਹਾਂ ਤੁਹਾਨੂੰ ਪੇਮੈਂਟ ਨਹੀਂ, ਵੀ ਤੁਹਾਡੀ ਪੇਮੈਂਟ ਕੱਟ ਕੇ ਦਿੱਤੀ ਜਾਏਗੀ। ਮੈਂ ਕਿਹਾ ਕਿਸ ਬੇਸ ਤੇ ਸਾਡੀ ਪੇਮੈਂਟ ਕੱਟ ਕੇ ਦਿੱਤੀ ਜਾਏਗੀ? ਸਾਡੀ ਮਿਹਨਤ ਦਾ ਪੈਸਾ ਹੈ ਇਹ ਕੁਝ। ਕਹਿੰਦਾ ਨਹੀਂ ਜੀ ਤੁਹਾਡੀ ਪੇਮੈਂਟ ਤੁਹਾਨੂੰ ਕੱਟ ਕੇ ਹੀ ਮਿਲੇਗੀ, ਤੁਸੀਂ ਲੈਣੀ ਹੈ ਕਿ ਨਹੀਂ ਲੈਣੀ ਜਾਂ ਕੁਛ। ਮੈਂ ਫਿਰ ਅੱਗੋਂ ਸਾਨੂੰ ਉਹਨਾਂ ਨੇ ਉੱਥੇ 2 ਪੁਲਿਸ ਵਾਲੇ ਬਿਠਾਏ ਹੋਏ ਸੀਗੇ ਬਕਾਇਦਾ। ਉਹ ਪੁਲਿਸ ਵਾਲੇ ਕਹਿੰਦੇ ਵੀ ਤੁਹਾਡੀ ਪੇਮੈਂਟ ਤੁਹਾਨੂੰ ਭੈਣ ਜੀ ਕੱਟ ਕੇ ਮਿਲੇਗੀ। ਅੱਗੋਂ ਪੁਲਿਸ ਵਾਲੇ ਵੀ ਸਾਨੂੰ ਸਗੋਂ ਕਹਿਣ ਲੱਗ ਗਏ। ਮੈਂ ਕਿਹਾ ਵੀਰ ਜੀ ਸਾਨੂੰ ਸਾਡੀ ਗਲਤੀ ਤਾਂ ਦੱਸੋ ਜਾਂ ਕੁਛ ਹੈ? ਕਹਿੰਦੇ ਇੰਨੀ ਪੇਮੈਂਟ ਅਸੀਂ ਨਹੀਂ ਦੇਣੀ ਤੁਹਾਨੂੰ। ਫਿਰ ਅੱਗੋਂ ਉਹਨਾਂ ਨੇ ਸਾਨੂੰ ਨਾ ਵੀ ਬਕਾਇਦਾ ਉਹ ਆਪਣੀਆਂ ਨਾ ਲਿਖਣ ਲੱਗ ਗਏ ਗੱਲਾਂ ਜੀਆਂ ਜੋ ਕੁਛ ਹੈ, ਤੇ ਸਾਨੂੰ ਕਹਿੰਦੇ ਇਹਦੇ ਉੱਤੇ ਸਾਈਨ ਕਰੋ। ਅਸੀਂ ਕਿਹਾ ਕਿਉਂ ਸਾਈਨ ਅਸੀਂ ਕਰੀਏ? ਕਹਿੰਦੇ ਤੁਹਾਨੂੰ ਫਿਰ ਪੇਮੈਂਟ ਨਹੀਂ ਮਿਲੇਗੀ, ਜਾਓ। ਮੈਂ ਕਿਹਾ ਅਸੀਂ ਤਾਂ ਪੇਮੈਂਟ ਲੈਣੀ ਹੈ। ਫਿਰ ਅੱਗੋਂ ਕਹਿੰਦੇ ਆ ਨਹੀਂ ਜੀ ਤੁਸੀਂ ਇੱਥੇ ਤੁਹਾਨੂੰ ਸਾਨੂੰ ਫਿਰ ਮੈਨੂੰ ਡਰਾਉਣ ਲੱਗ ਗਏ ਵੀ ਤੇਰੇ ਹਸਬੈਂਡ ਦੇ ਉੱਤੇ ਅਸੀਂ ਕੇਸ ਪਾ ਦੇਣਾ ਵੀ ਇਸ ਟਾਈਮ ਨੂੰ ਬਈ ਹਾਂ ਤੇਰੇ ਹਸਬੈਂਡ ਨੂੰ ਅੰਦਰ ਦੇ ਦੇਣਾ ਜੋ ਕੁਛ। ਫਿਰ ਮੈਨੂੰ ਅੱਗੋਂ ਦੀ
ਡਰਾਇਆ ਧਮਕਾਇਆ, ਬੋਲਣ ਲੱਗੇ ਵੀ ਇਸ ਤਰ੍ਹਾਂ ਨਹੀਂ, ਤੇਰੇ ਹਸਬੰਡ ਕਹਿੰਦੇ ਫਿਰ ਬਾਹਰ ਨਹੀਂ ਆ ਸਕੇਗਾ ਵੀ ਤੁਹਾਨੂੰ। ਉਥੇ ਪੁਲਿਸ ਨੂੰ ਤੁਸੀਂ ਕੁਝ ਨਹੀਂ ਕਿਹਾ ਕਿਉਂਕਿ ਪੁਲਿਸ ਦੇ ਜੋ ਕਰਮਚਾਰੀ ਸੀ ਉੱਥੇ ਹੀ ਬੈਠੇ ਸੀ, ਉਹਨਾਂ ਨੂੰ ਤੁਸੀਂ। ਵੀਰ ਜੀ ਪੁਲਿਸ ਵਾਲੇ ਤਾਂ ਜੋ ਉਹ ਕਹਿ ਰਹੇ ਸੀ ਨਾ 100 ਗੱਲਾਂ ਆਰਾਮ ਨਾਲ ਆਪਣੀਆਂ ਸੁਣ ਰਹੇ ਸੀਗੇ, ਉਹ ਆਰਾਮ ਨਾਲ ਬੈਠੇ ਹੋਏ ਸੀ। ਉਹਨਾਂ ਨੂੰ ਕੋਈ ਮਤਲਬ ਹੀ ਨਹੀਂ ਸੀਗਾ ਕਿ ਅਸੀਂ ਆ ਰਹੇ ਹਾਂ ਜਾਂ ਕੁਛ ਅਸੀਂ ਬੋਲ ਰਹੇ ਹਾਂ ਵੀ ਅਸੀਂ ਕਹਿ ਰਹੇ ਹਾਂ। ਉਹਨਾਂ ਨੇ ਸਾਡੀ ਤਾਂ ਇੱਕ ਨਹੀਂ ਸੁਣੀ ਹੈਗੀ। ਪਰ ਮੇਰੇ ਹਸਬੈਂਡ ਨੂੰ ਜਦੋਂ ਫਿਰ ਉਹਨਾਂ ਨੇ ਕਹਿਣ ਲੱਗ ਗਏ ਵੀ ਤੁਹਾਨੂੰ ਅਸੀਂ ਇੰਜ ਤਾਂ ਮੈਂ 10 ਬੰਦੇ ਖੜੇ ਕਰ ਦਾਂਗਾ ਵੀ ਤੁਹਾਡੇ ਦੁੱਧ 'ਚ ਐਵੇਂ ਸੀ, ਮੇਰੇ ਬੰਦੇ ਬਿਮਾਰ ਹੋ ਗਏ ਜਾਂ ਕੁਛ ਹੈ ਵੀ ਐਵੇਂ ਤੁਹਾਨੂੰ ਅਸੀਂ ਪੇਮੈਂਟ ਵੀ ਇਸ ਤਰ੍ਹਾਂ ਕਰ ਰਹੇ ਹਾਂ। ਤੇ ਮੈਨੂੰ ਡਰ ਲੱਗਾ, ਮੈਂ ਕਿ ਮੇਰੇ ਸਰਦਾਰ ਜੀ ਨੂੰ ਕਿਤੇ ਅੰਦਰ ਨਾ ਕਰ ਦੇਣ ਜਾਂ ਕੋਈ। ਮੈਂ ਵੀਰ ਜੀ ਉਦੋਂ ਪੁਲਿਸ ਵਾਲੇ ਵੀ ਬੈਠੇ ਸੀ, ਇਸ ਕਰਕੇ ਮੈਂ ਡਰ ਗਈ। ਫਿਰ ਅਸੀਂ ਦੋਵਾਂ ਨੇ ਸਾਈਨ ਕਰਤੇ, ਪਰ ਉਹਨਾਂ ਨੇ ਸਾਨੂੰ ਇੰਨਾ ਜ਼ਿਆਦਾ ਡਰਾਇਆ ਸੀਗਾ ਜਾਂ ਕੁਛ ਹੈ, ਬਹੁਤ ਧਮਕੀਆਂ ਸਾਨੂੰ ਇਸ ਤਰ੍ਹਾਂ ਦੀਆਂ ਦਿੱਤੀਆਂ ਜਾਂ ਕੁਛ। ਮੈਂ ਸਗੋਂ ਕਿਹਾ, ਮੈਂ ਕਿ ਮੇਰੇ ਬੱਚਿਆਂ ਦੇ ਮੂੰਹ 'ਚੋਂ ਤੁਸੀਂ ਰੋਟੀ ਖੋ ਰਹੇ ਹੋ ਜਾਂ ਕੁਛ। ਕਹਿੰਦੇ ਭੈਣ ਜੀ ਅਸੀਂ ਤਾਂ ਜੋ ਮਰਜ਼ੀ ਕਰ ਸਕਦੇ ਹਾਂ। ਉਹ ਵੀਰ ਜੀ ਇੰਨੇ ਹੰਕਾਰੇ ਪਏ ਨੇ ਨਾ, ਬਹੁਤ ਜ਼ਿਆਦਾ। ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਗਾ ਜੋ ਕੁਛ ਹੈ। ਉਹਨਾਂ ਦੀ ਵਰਸ਼ਾ ਜਿਹੜੀ ਮੰਮਾ ਹੈ ਪਾਸਟਰ ਜੀ ਦੀ, ਉਹ ਕਹਿੰਦੀ ਜੇ ਅਸੀਂ ਕਮਿਸ਼ਨਰ ਨੂੰ ਕਵਾਂਗੇ ਨਾ ਵੀ ਸਾਡੇ ਆਣ ਕੇ ਚਰਚ 'ਚ ਭਾਂਡੇ ਮਾਂਜ ਕੇ, ਉਹ ਭਾਂਡੇ ਵੀ ਮਾਂਜ ਕੇ ਜਾਏਗਾ। ਮੈਂ ਕਿਹਾ ਸੋਚੋ ਤੁਸੀਂ ਵੀ ਸਾਡੇ ਪ੍ਰਸ਼ਾਸਨ ਦੀ ਕਿੱਥੋਂ ਤੱਕ ਬੇਇੱਜ਼ਤੀ ਹੈ। ਪਰ ਪ੍ਰਸ਼ਾਸਨ ਸਾਡਾ ਬਿਲਕੁਲ ਨਹੀਂ ਸਮਝ ਰਿਹਾ ਇਸ ਗੱਲ ਨੂੰ। ਪ੍ਰਸ਼ਾਸਨ ਵਾਲੇ ਸਾਨੂੰ ਕਹਿੰਦੇ ਨੇ ਬਕਾਇਦਾ ਤੁਸੀਂ ਚੁੱਪ ਕਰ ਜਾਓ ਜੀ, ਤੁਹਾਡੀ ਪੇਮੈਂਟ ਕੋਈ ਗੱਲ ਨਹੀਂ ਜਾਂ ਕੁਛ। ਪਹਿਲਾਂ ਦੱਸੋ ਇੰਨੀ ਪੇਮੈਂਟ ਅਸੀਂ ਕਿੱਥੇ ਛੱਡੀਏ ਵੀਰ ਜੀ? ਸਾਡੇ ਕੋਲ ਕੋਈ ਗੱਡੀ ਨਹੀਂ ਹੈਗੀ, ਸਾਡੇ ਕੋਲ ਕੁਛ ਨਹੀਂ। ਤੁਸੀਂ ਚਾਹ ਕੇ ਸਾਡਾ ਚੈਕਿੰਗ ਕਰ ਸਕਦੇ ਹੋ ਵੀ ਅਸੀਂ ਮੋਟਰਸਾਈਕਲਾਂ ਦੇ ਉੱਤੇ ਹੀ ਸੀ ਬੈਠ ਕੇ ਆਰਾਮ ਨਾਲ ਆਪਣਾ ਸਪਲਾਈਆਂ ਦੁੱਧ ਕਰਦੇ ਹਾਂ ਜਾਂ ਕੁਛ ਹੈ। ਪਰ ਫਿਰ ਵੀ ਅਸੀਂ ਇੰਨੀ ਪੇਮੈਂਟ ਕਿਉਂ ਛੱਡੀਏ? ਮੈਂ ਤਾਂ ਆਪਣੇ ਹਸਬੈਂਡ ਨੂੰ ਇਹ ਕਿਹਾ, ਮੈਂ ਕਿ ਅਸੀਂ ਆਪਣੀ ਮਿਹਨਤ ਦਾ ਪੈਸਾ ਨਹੀਂ ਛੱਡਣਾ, ਸਾਨੂੰ ਜਿੱਥੋਂ ਤੱਕ ਵੀ ਜਾਣਾ ਪਿਆ ਨਾ ਅਸੀਂ ਜਾਵਾਂਗੇ। ਪ੍ਰਸ਼ਾਸਨ ਤਰਫੋਂ ਭੈਣ ਜੀ ਤੁਸੀਂ ਕੀ ਮੰਗ ਕਰਦੇ ਹੋ? ਸਾਨੂੰ ਇਹੀ ਹੈ ਵੀਰ ਜੀ, ਸਾਡੀ ਮਿਹਨਤ ਦਾ ਪੈਸਾ ਦਵਾਇਆ ਜਾਵੇ। ਸਾਨੂੰ ਇਹੀ, ਅਸੀਂ ਆਪਣੀ ਮਿਹਨਤ ਦਾ ਪੈਸਾ ਕਿਸੇ ਹਾਲ 'ਚ ਵੀ ਨਹੀਂ ਛੱਡਣਾ ਚਾਹੁੰਦੇ। ਅਸੀਂ ਇਹਨਾਂ ਨੂੰ ਪੈਸਾ ਕਿਉਂ ਦਈਏ ਜਾਂ ਕੁਛ ਹੈ ਵੀ ਅਸੀਂ ਇਹਨਾਂ ਨੂੰ ਪੈਸਾ ਆਪਣਾ ਕਿਉਂ ਦਈਏ? ਜੇ ਅਸੀਂ ਆਪਣੀ ਮਿਹਨਤ ਕਰਦੇ। ਮੈਨੂੰ ਪਤਾ ਮੇਰੇ ਸਰਦਾਰ ਜੀ ਨੇ ਦਿਨ ਰਾਤ ਵੀਰ ਜੀ, ਰਾਤੀ 12 ਵਜੇ ਵੀ ਇਹ ਦੁੱਧ ਮੰਗਦੇ ਹੁੰਦੇ ਸੀ, ਇਹ ਉੱਠ ਕੇ ਆਣ ਕੇ ਇਹਨਾਂ ਨੂੰ 12 ਵਜੇ ਵੀ ਦੁੱਧ ਦਿੰਦੇ ਹੁੰਦੇ ਸੀਗੇ। ਫਿਰ ਦੱਸੋ ਅਸੀਂ ਆਪਣੀ ਮਿਹਨਤ ਦਾ ਪੈਸਾ ਇਹਨਾਂ ਨੂੰ ਕਿਉਂ ਦਈਏ ਆਪਣਾ? ਵੀ ਪਲੀਜ਼ ਸਾਡੀ ਇਹ ਰਿਕੁਐਸਟ ਹੈ, ਸਾਡਾ ਪੈਸਾ ਸਾਨੂੰ ਦਵਾਇਆ ਜਾਵੇ। ਤੁਹਾਨੂੰ ਦੱਸਦੀ ਦਰਸ਼ਕੋ, ਇਹ ਮਸਲਾ ਹੈ ਉਹ ਮਸਲਾ ਜਿੱਥੇ ਕਾਫੀ ਚਿਰ ਤੋਂ ਪਹਿਲਾਂ ਗੱਲ ਕਰਦੇ ਪੰਜਾਬ ਦੇ ਵਿੱਚ ਚਰਚਾਂ ਦਾ ਮਸਲਾ ਕਾਫੀ ਹੋਇਆ। ਹੁਣ ਇਹ ਮਸਲਾ ਜਲੰਧਰ ਏਰੀਏ ਦਾ, ਜਿੱਥੇ ਇੱਕ ਨਰੂਲਾ ਚਰਚ ਦੇ ਪਾਸਟਰ ਤੇ ਪ੍ਰਧਾਨ ਨੇ ਇੱਕ ਸਰਦਾਰ ਦੀ ਡੈਰੀ ਆ ਜਿਨ੍ਹਾਂ ਦੇ 17 ਲੱਖ ਰੁਪਈਆ ਉਹਨਾਂ ਦੇ ਤਰਫੋਂ ਬਣਦਾ ਸੀਗਾ, ਪਰ ਉਹਨਾਂ ਨੇ ਇਹਨਾਂ ਨੂੰ ਅੱਧ ਹੀ ਦਿੱਤਾ। ਜਿਸ ਤੋਂ ਬਾਅਦ ਸਰਦਾਰ ਸਾਹਿਬ ਦੇ ਇਲਜ਼ਾਮ ਨੇ ਕਿ ਉਹਨਾਂ ਦੇ ਤਰਫੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉੱਥੇ ਹੀ ਸਰਦਾਰ ਸਾਹਿਬ ਨੇ ਪੰਜਾਬ ਦੀ ਜੋ ਪੁਲਿਸ ਆ ਪ੍ਰਸ਼ਾਸਨ ਨੂੰ ਵੀ ਸ਼ਿਕਾਇਤ ਦਰਜ ਕੀਤੀ, ਪਰ ਉਹਨਾਂ ਦੇ ਵੱਲੋਂ ਕੋਰੀ ਨਾ ਕਰ ਦਿੱਤੀ ਗਈ। ਹੁਣ ਸਰਦਾਰ ਸਾਹਿਬ ਵੱਲੋਂ ਇਹ ਪੰਜਾਬ ਦੀ ਆਵਾਮ ਨੂੰ ਸੰਦੇਹਾ ਹੈ ਕਿ ਲਗਾਤਾਰ ਅਜਿਹੀਆਂ ਧੱਕੇਸ਼ਾਹੀਆਂ ਕਦ ਤੱਕ ਸਹੀਆਂ ਜਾਣਗੀਆਂ। ਤੁਹਾਡਾ ਇਸ ਬਾਰੇ ਕੀ ਕਹਿਣਾ ਹੈ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਸਤਿ ਸ਼੍ਰੀ ਅਕਾਲ।